लग पे रब नूं तां रब किसी ने जानिया ही नहीं। ਤਾਂ ਵਾਹਿਗੁਰੂ ਜੀ ਕਹਿ ਰਹੇ ਫਿਰ ਅਸੀਂ 8 ਸਾਖੀਆਂ ਪੈਦਾ ਕੀਤੀਆਂ। ਸਾਖੀ ਦਾ ਅਰਥ ਹੁੰਦਾ ਗਵਾਹੀ। ਇਵੇਂ ਗਵਾਹੀਆਂ ਪੈਦਾ ਕੀਤੀਆਂ। ਜਿਹੜੇ 5 ਤੱਤ ਨੇ, ਇਹ ਚੰਦਰਮਾ ਹੋ ਗਿਆ, ਸੂਰਜ ਹੋ ਗਿਆ ਅਤੇ ਤਾਰੇ ਹੋ ਗਏ। ਇਹ 8 ਹੋ ਗਏ। 5 ਸਾਡੇ ਤੱਤ ਨੇ, ਹਵਾ, ਪਾਣੀ, ਅੱਗ। ਇਹਨਾਂ ਨੂੰ 5 ਤੱਤ। ਅਤੇ ਸੂਰਜ, ਚੰਦਰਮਾ ਅਤੇ ਤਾਰੇ, ਇਹ 5 ਅਤੇ 3 ਹੋ ਗਏ 8। ਇਹ 8 ਵਾਹਿਗੁਰੂ ਕਹਿੰਦੇ ਅਸੀਂ ਬਣਾਏ ਕਿ ਇਹ ਸਾਡੀ ਗਵਾਹੀ ਦੇਣ ਕਿ ਸਾਨੂੰ ਕੋਈ ਬਣਾਉਣ ਵਾਲਾ ਹੈ। ਸੂਰਜ ਨੂੰ ਰੌਸ਼ਨੀ ਦੇਣ ਵਾਲਾ ਵੀ ਕੋਈ ਹੈਗਾ, ਚੰਦਰਮਾ ਨੂੰ ਰੌਸ਼ਨੀ ਦੇਣ ਵਾਲਾ ਵੀ ਕੋਈ ਹੈਗਾ, ਇਹ 5 ਤੱਤਾਂ ਨੂੰ ਬਣਾਉਣ ਵਾਲਾ ਵੀ ਕੋਈ ਹੈਗਾ। ਹਜ਼ੂਰ ਕਹਿੰਦੇ ਫਿਰ ਵਾਹਿਗੁਰੂ ਨੇ ਇਹ 8 ਗਵਾਹੀਆਂ ਪੈਦਾ ਕੀਤੀਆਂ ਕਿ ਇਹ 8 ਗਵਾਹੀ ਦੇਣਗੇ ਕਿ ਰੱਬ ਹੈਗਾ। ਇਹਨਾਂ ਨੂੰ ਦੇਖ ਕੇ ਲੋਕ ਚੇਤੇ ਕਰ ਲੈਣਗੇ। ਲੇਕਿਨ ਇਹ ਜਿਹੜੀਆਂ 8 ਗਵਾਹੀਆਂ ਪੈਦਾ ਕੀਤੀਆਂ ਸਨ, ਸਾਖ ਨਿਮਿਤ ਦੇਬੇ ਠਹਿਰਾਏ। ਤਾਂ ਵਾਹਿਗੁਰੂ ਜੀ ਕਹਿ ਰਹੇ ਨੇ ਕਿ ਇਹ ਤਾਂ ਅਸੀਂ ਪੈਦਾ ਕੀਤੀਆਂ ਸੀ ਕਿ ਸਾਡੀ ਗਵਾਹੀ ਦੇਣ ਕਿ ਰੱਬ ਹੈਗਾ। ਸੂਰਜ ਨੂੰ ਦੇਖ ਕੇ ਚੇਤਾ ਆਵੇ ਕਿ ਰੱਬ ਹੈਗਾ, ਚੰਦਰਮਾ ਨੂੰ ਦੇਖ ਕਰਕੇ ਚੇਤਾ ਆਵੇ ਰੱਬ ਹੈਗਾ, 5 ਤੱਤਾਂ ਦੇ ਵਿੱਚੋਂ ਚੇਤਾ ਆਵੇ ਕਿ ਰੱਬ ਹੈਗਾ। ਇਹ ਅਸੀਂ ਕਹਿੰਦੇ ਨੇ ਕਿ ਇਵੇਂ ਪੈਦਾ ਕੀਤੇ ਸੀ ਕਿ ਸਾਡੀ ਗਵਾਹੀ ਦੇਣ। ਤੇ ਕਹਿ ਹਕਰੋ ਹਮਾਰੀ ਪੂਜਾ। ਤਾਂ ਉਹ 8 ਗਵਾਹੀਆਂ ਕਹਿਣ ਲੱਗ ਪਈਆਂ ਕਿ ਸਾਡੀ ਪੂਜਾ ਕਰੋ। ਉਹਨਾਂ ਵੀ ਦੁਨੀਆ ਵਿੱਚ ਆਪਣੀ ਪੂਜਾ ਸ਼ੁਰੂ ਕਰਾ ਲਈ। ਹਮ ਬਿਨ ਅਵਰ ਨ ਠਾਕੁਰ ਦੂਜਾ। ਤਾਂ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਤੋਂ ਬਿਨਾਂ ਰੱਬ ਹੋਰ ਕੋਈ ਨਹੀਂ ਹੈ, ਅਸੀਂ ਰੱਬ ਹਾਂ। ਹਮ ਬਿਨ ਅਵਰ ਨਾ ਠਾਕੁਰ ਦੂਜਾ, ਸਾਡੇ ਤੋਂ ਬਿਨਾਂ ਹੋਰ ਕੋਈ ਠਾਕੁਰ ਨਹੀਂ ਹੈ, ਹੋਰ ਕੋਈ ਰੱਬ ਨਹੀਂ ਹੈ। ਪਰਮ ਤਤ ਕੋ ਜਿਨ ਨ ਪਛਾਨਾ। ਹਜ਼ੂਰ ਕਹਿੰਦੇ ਜਿਨ੍ਹਾਂ ਲੋਕਾਂ ਨੇ ਵਾਹਿਗੁਰੂ ਨੂੰ ਨਹੀਂ ਸੀ ਪਛਾਣਿਆ, ਰੱਬ ਨੂੰ ਨਹੀਂ ਸੀ ਪਹਿਚਾਣਦੇ, ਤਿਨ ਕਰ ਈਸ਼ਰ ਤਿਨ ਕਹੋ ਮਾਨਾ। ਤਾਂ ਉਹਨਾਂ ਲੋਕਾਂ ਨੇ ਇਹਨਾਂ 8 ਸਾਖੀਆਂ ਨੂੰ ਹੀ ਰੱਬ ਕਰਕੇ ਮੰਨਣਾ ਸ਼ੁਰੂ ਕਰ ਦਿੱਤਾ। ਕੀਤੇ ਸੂਰ ਚੰਦ ਕਹੋ ਮਾਨੈ। ਕਈ ਸੂਰਜ ਨੂੰ ਮੰਨਣ ਲੱਗ ਪਏ, ਕਈ ਚੰਦਰਮਾ ਨੂੰ ਮੰਨਣ ਲੱਗ ਪਏ, ਕੋਈ ਚੜ੍ਹਦੇ ਹੋਏ ਸੂਰਜ ਨੂੰ ਪਾਣੀ ਦੇਣ ਲੱਗ ਪਿਆ, ਕੋਈ ਦੂਜ ਦੇ ਚੰਦਰਮਾ ਦੀ ਪੂਜਾ ਕਰਨ ਲੱਗ ਪਿਆ। ਅੱਜ ਕੱਲ੍ਹ ਵੀ ਹੁੰਦੀ ਹੈ। ਹਜ਼ੂਰ ਕਹਿੰਦੇ ਕਿ ਇਵੇਂ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕੋਈ ਸੂਰਜ ਨੂੰ, ਕੋਈ ਚੰਦਰਮਾ ਨੂੰ ਧਿਆਉਣ ਲੱਗਾ। ਅਗਨ ਹੋਤਰ ਕਈ ਪਵਨ ਪਰਮਾਨੈ। ਤਾਂ ਕਈ ਤਾਂ ਅੱਗ ਦੇ ਹਵਨ ਕਰਕੇ ਤੇ ਅੱਗ ਨੂੰ ਹੀ ਗੁਰੂ ਮੰਨਣ ਲੱਗ ਪਏ। ਜਿਵੇਂ ਹਿੰਦੂ ਲੋਕ ਉਹ ਅੱਗ ਦੇ ਦਿਵਾਲੀ ਜਿਹੜੇ ਉਹ 7 ਕਰਦੇ ਨੇ ਫੇਰੇ, ਤਾਂ ਇਵੇਂ ਹਜ਼ੂਰ ਕਹਿੰਦੇ ਉਹਨਾਂ ਨੇ ਅੱਗ ਨੂੰ ਹੀ ਮੰਨਣਾ ਸ਼ੁਰੂ ਕਰ ਦਿੱਤਾ। ਅਤੇ ਕਈਆਂ ਨੇ ਹਵਾ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਜਿੱਧਰੋਂ ਹਵਾ ਆਉਂਦੀ ਸੀ ਉੱਧਰ ਮੂੰਹ ਕਰਕੇ ਬੰਦਗੀ ਕਰਦੇ। ਹਜ਼ੂਰ ਕਹਿੰਦੇ ਹਵਾ ਨੂੰ ਮੰਨਣ ਲੱਗ ਪਏ। ਕਿਨਹੂ ਪ੍ਰਭ ਪਾਹਨ ਪਹਿਚਾਨਾ। ਤਾਂ ਕਿਸੇ ਨੇ ਰੱਬ ਨੂੰ ਪੱਥਰ ਕਰਕੇ ਮੰਨ ਲਿਆ ਕਿ ਰੱਬ ਪੱਥਰਾਂ ਵਿੱਚ ਵਸਦਾ। ਮੂਰਤੀਆਂ ਨੂੰ ਖੋਜਣ ਲੱਗ ਪਏ। ਨਾਦ ਕਿਤੇ ਜਲ ਕਰਤ ਬਿਦਾਨਾ। ਅਤੇ ਕਈ ਤੀਰਥਾਂ 'ਤੇ ਨਹਾਉਣ ਲੱਗ ਪਏ ਕਿ ਵੱਡੇ ਵੱਡੇ ਤੀਰਥਾਂ ਵਿੱਚ ਨਹਾ ਕੇ ਅਸੀਂ ਮੁਕਤ ਹੋ ਜਾਵਾਂਗੇ। ਕੀਰਤਨ ਕਰਮ ਕਰਤ ਡਰਪਾਨਾ। ਤਾਂ ਇਸ ਪ੍ਰਕਾਰ ਹਜ਼ੂਰ ਜੀ ਕਹਿ ਰਹੇ ਨੇ ਕਿ ਕੇਤਕ ਕਰਮ ਕਰਤ ਡਰਪਾਨਾ। ਇਵੇਂ ਜਿਹੜੇ ਸੀਗੇ ਇਹ ਲੋਕ, ਹਜ਼ੂਰ ਕਹਿੰਦੇ ਇਹਨਾਂ ਸਕਾਮ ਕਰਮ ਕਰਨੇ ਸ਼ੁਰੂ ਕਰ ਦਿੱਤੇ। ਨਿਤ ਨਮਿਤ ਇਤਿਆਦਿ ਇਹ ਕਰਮਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ ਡਰ ਕਰਕੇ। ਧਰਮ ਰਾਜ ਕੋ ਧਰਮ ਪਛਾਨਾ। ਤੇ ਜੋ ਧਰਮ ਰਾਜਾ ਹੈ ਇਹਨੂੰ ਹੀ ਧਰਮ ਪਹਿਚਾਨ ਲਿਆ, ਇਹਨੂੰ ਹੀ ਰੱਬ ਜਾਣਨ ਲੱਗ ਪਏ। ਜੇ ਪ੍ਰਭ ਸਾਖ ਨਿਮਿਤ ਠਹਿਰਾਏ। ਇਹ ਜਿਹੜੀਆਂ 8 ਸਾਖੀਆਂ ਵਾਹਿਗੁਰੂ ਨੇ ਪੈਦਾ ਕੀਤੀਆਂ ਸਨ, ਤਾਂ ਇਸ ਪ੍ਰਕਾਰ ਵਾਹਿਗੁਰੂ ਦੀ ਤਾਂ ਇਸ ਪ੍ਰਕਾਰ ਜਿਹੜੀਆਂ ਇਹ 8 ਸਾਖੀਆਂ ਪੈਦਾ ਕੀਤੀਆਂ ਸਨ, ਤੋ ਇਸ ਪ੍ਰਕਾਰ ਜੇ ਪ੍ਰਭ ਸਾਖ ਨਿਮਿਤ ਠਹਿਰਾਏ ਤੇ ਹਿਆਂ ਆਏ ਪ੍ਰਭੂ ਕਹਿਵਾਏ। ਇਹ ਜਿਹੜੀਆਂ 8 ਸਾਖੀਆਂ ਸੀ, ਦੁਨੀਆ 'ਤੇ ਆ ਕਰਕੇ ਇਹਨਾਂ ਨੇ ਰੱਬ ਅਖਵਾਉਣਾ ਸ਼ੁਰੂ ਕਰ ਦਿੱਤਾ। ਤਾਕੀ ਬਾਤ ਬਿਸਰ ਜਾਤੀ ਭੀ। ਤਾਂ ਜੋ ਵਾਹਿਗੁਰੂ ਦੀ ਗੱਲ ਸੀ, ਵਾਹਿਗੁਰੂ ਨੂੰ ਚੇਤੇ ਕਰਨਾ, ਉਹ ਤਾਂ ਸਾਰਿਆਂ ਨੂੰ ਭੁੱਲ ਹੀ ਗਏ। ਆਪਣੀ
ਆਪਣੀ ਬਰਤ ਸ਼ੋਭ ਭੀ। ਤਾਂ ਸਾਰੇ ਭਾਈ ਆਪਣੀ ਆਪਣੀ ਸ਼ੋਭਾ ਵਿੱਚ ਪੈ ਗਏ। ਦੇਵੀ ਦੇਵਤੇ ਆਪਣੀ ਸ਼ੋਭਾ ਕਰਾਉਣ ਲੱਗ ਪਏ। ਇਹ 8 ਸਾਖੀਆਂ ਆਪਣੀ ਸ਼ੋਭਾ ਕਰਾਉਣ ਲੱਗ ਪਈਆਂ। ਜਬ ਪ੍ਰਭ ਕੋ ਨ ਤਨਹਿ ਪਹਿਚਾਨਾ। ਤੋ ਜਦੋਂ ਇਹਨਾਂ 8 ਸਾਖੀਆਂ ਨੇ ਵੀ ਰੱਬ ਨੂੰ ਨਾ ਜਾਣਿਆ, ਤਬ ਹਰ ਇਨ ਮਨੁੱਖਨ ਠਹਿਰਾਨਾ। ਤੋ ਉਸ ਵਕਤ ਹਜ਼ੂਰ ਕਹਿੰਦੇ ਵਾਹਿਗੁਰੂ ਨੇ ਇਹਨਾਂ ਮਨੁੱਖਾਂ ਨੂੰ ਪੈਦਾ ਕੀਤਾ। ਜਦੋਂ ਇਹ 8 ਸਾਖੀਆਂ ਵੀ ਆਪਣੀ ਪੂਜਾ ਕਰਾਉਣ ਲੱਗ ਪਈਆਂ, ਤਾਂ ਉਸ ਵਕਤ ਵਾਹਿਗੁਰੂ ਜੀ ਨੇ ਇਹ ਮਨੁੱਖ ਪੈਦਾ ਕੀਤਾ। ਇਹ ਵੀ ਬਸ ਮਮਤਾ ਹੋਏ ਗਏ। ਤਾਂ ਇਹ ਮਨੁੱਖ ਪੈਦਾ ਹੋ ਕੇ ਮੋਹ ਦੇ ਵਸ ਹੋ ਗਿਆ, ਮਮਤਾ ਦੇ ਵਸ ਪੈ ਗਿਆ। ਜਿਵੇਂ ਗੁਰਬਾਣੀ ਅੰਦਰ ਵੀ ਜ਼ਿਕਰ ਆਉਂਦਾ, ਪਹਿਲੇ ਪਿਆਰ ਲੱਗਾ ਤਾਂ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਾਈਆ ਭਾਬੀ ਵੇਵ, ਚੌਥੇ ਪਿਆਰ ਉਪੰਨੇ ਖੇਪ। ਇਵੇਂ ਜਿਸ ਮਨੁੱਖ ਨੂੰ ਪੈਦਾ ਕੀਤਾ ਸੀ ਉਹ ਦੁਨੀਆ ਦੇ ਮੋਹ ਪਿਆਰਾਂ ਵਿੱਚ ਲੱਗ ਗਿਆ। ਪਰਮੇਸ਼ਰ ਪਹਾਨ ਠਹਿਰਾਏ। ਤਾਂ ਉਸ ਨੇ ਪਰਮੇਸ਼ਰ ਨੂੰ ਪੱਥਰ ਕਰਕੇ ਮੰਨ ਲਿਆ। ਉਹ ਪੱਥਰ ਦੀ ਪੂਜਾ ਕਰਨ ਲੱਗ ਪਿਆ। ਤਬ ਹਰ ਸਿੱਧ ਸਾਧ ਠਹਿਰਾਏ। ਤਾਂ ਫਿਰ ਉਸ ਵਕਤ ਵਾਹਿਗੁਰੂ ਜੀ ਕਹਿ ਰਹੇ ਨੇ ਕਿ ਅਸੀਂ ਸਿੱਧ ਪੈਦਾ ਕੀਤੇ, ਜਿਹੜੇ 84 ਸਿੱਧ ਹੋਏ ਨੇ। ਤਾਂ ਕੁਝ ਸਾਧ ਪੈਦਾ ਕੀਤੇ। ਤਾਂ ਇਹ ਇਸ ਪ੍ਰਕਾਰ ਜਿਹੜੇ ਸਾਧ ਮਹਾਰਾਜ ਕਹਿੰਦੇ ਅਸੀਂ ਪੈਦਾ ਕੀਤੇ, 84 ਸਿੱਧ ਪੈਦਾ ਕੀਤੇ। ਤਿਨ ਵੀ ਪਰਮ ਪੁਰਖ ਨਹੀਂ ਪਾਏ। ਤਾਂ ਉਹਨਾਂ ਨੇ ਵੀ ਪਰਮੇਸ਼ਰ ਨੂੰ ਨਹੀਂ ਪਾਇਆ। ਪਰਮੇਸ਼ਰ ਨੂੰ ਉਹ 84 ਸਿੱਧ ਵੀ ਨਹੀਂ ਪਾ ਸਕੇ। ਜੇ ਕੋਈ ਹੋਤ ਭਇਓ ਜਗ ਸਿਆਨਾ। ਆਖਰ ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਦੁਨੀਆ ਵਿੱਚ ਜੋ ਜੋ ਵੀ ਸਿਆਣੇ ਹੋਏ ਨੇ, ਆਪਣੇ ਆਪ ਨੂੰ ਸਿਆਣੇ ਅਖਵਾਉਣ ਵਾਲੇ, ਤਿੰਨ ਤਿੰਨ ਆਪਣੋ ਪੰਥ ਚਲਾਨਾ। ਤਾਂ ਉਹਨਾਂ ਨੇ ਹੀ ਦੁਨੀਆ ਵਿੱਚ ਆਪਣੇ ਪੰਥ ਚਲਾ ਲਏ, ਆਪਣੇ ਧਰਮ ਚਲਾ ਲਏ। ਰੱਬ ਨੂੰ ਤਾਂ ਕਿਸੇ ਨੇ ਪਹਿਚਾਨਿਆ ਹੀ ਨਹੀਂ ਸੀ। ਇਵੇਂ ਸਭ ਆਪਣੀ ਆਪਣੀ ਪੂਜਾ ਵਿੱਚ ਲੱਗ ਗਏ। ਪਰਮ ਪੁਰਖ ਕਿਨਹੂ ਨਹਿ ਪਾਇਓ। ਤਾਂ ਉਹ ਜੋ ਪਰਮ ਪੁਰਖ ਵਾਹਿਗੁਰੂ ਹੈ ਉਸ ਨੂੰ ਕਿਸੇ ਨੇ ਨਾ ਪਾਉਣਾ ਕੀਤਾ। ਬੈਰ ਬਾਦ ਅਹੰਕਾਰ ਵਢਾਇਓ। ਤਾਂ ਹੰਕਾਰੀ ਹੋ ਕਰਕੇ ਆਪਸ ਵਿੱਚ ਵੈਰ ਕਰਨ ਲੱਗ ਪਏ। ਹੰਕਾਰੀ ਹੋ ਕੇ ਆਪਸ ਵਿੱਚ ਝਗੜੇ ਤਾਂ ਕਰਨ ਲੱਗ ਪਏ ਦੁਨੀਆ ਦੇ ਲੋਕ। ਲੇਕਿਨ ਵਾਹਿਗੁਰੂ ਨੂੰ ਕਿਸੇ ਨੇ ਨਾ ਪਹਿਚਾਨਿਆ। ਪੇਟ ਪਾਤ ਆਪਨ ਤੇ ਜਲੈ। ਤਾਂ ਹਜ਼ੂਰ ਕਹਿ ਰਹੇ ਨੇ ਕਿ ਜਿਵੇਂ ਵੇਖੋ ਜੰਗਲ ਵਿੱਚ ਦਾਵਾ ਅਗਨੀ ਲੱਗਦੀ ਹੈ ਜੋ ਸਾਡੇ ਇਹ ਜੰਗਲ ਨੂੰ ਸਾੜ ਦਿੰਦੀ ਹੈ। ਤਾਂ ਹਜ਼ੂਰ ਕਹਿੰਦੇ ਜਿਵੇਂ ਇੱਕ ਰੁੱਖ ਹੁੰਦਾ ਹੈ, ਰੁੱਖ ਦੇ ਪੱਤੇ ਸੁੱਕੇ ਹੋਣ ਤਾਂ ਜੰਗਲ ਵਿੱਚ ਦਾਵਾ ਅਗਨੀ ਲੱਗ ਜਾਵੇ, ਉਹ ਜਦੋਂ ਅੱਗ ਰੁੱਖ ਨੂੰ ਆ ਕਰਕੇ ਲੱਗਦੀ ਹੈ ਤੇ ਰੁੱਖ ਨੂੰ ਹੋਰ ਕੋਈ ਨਹੀਂ ਸਾੜਦਾ, ਉਹਦੇ ਲੱਗੇ ਹੋਏ ਪੱਤੇ ਹੀ ਸਾੜ ਦਿੰਦੇ ਨੇ, ਕਿਉਂਕਿ ਪੱਤੇ ਸੁੱਕੇ ਹੋਏ ਸੀ। ਤਾਂ ਉਹੀ ਪੱਤੇ ਉਹਨੂੰ ਸਾੜਨ ਦਾ ਕਾਰਨ ਬਣ ਜਾਂਦੇ ਨੇ। ਇਵੇਂ ਹਜ਼ੂਰ ਕਹਿੰਦੇ ਜਿਹੜੇ ਚੇਲੇ ਚਾਟੜੇ ਸੀ ਪਖੰਡੀਆਂ ਦੇ, ਆਪਸ ਵਿੱਚ ਹੰਕਾਰੀ ਹੋ ਕਰਕੇ ਝਗੜਨ ਲੱਗ ਪਏ। ਰੱਬ ਕੈ ਪੰਥ ਨ ਕੋਊ ਚਾਲੈ। ਤਾਂ ਭਾਈ ਰੱਬ ਦੇ ਰਸਤੇ ਤੇ ਤਾਂ ਕੋਈ ਵੀ ਨਹੀਂ ਸੀ ਚੱਲ ਰਿਹਾ। ਜਿਨ ਜਿਨ ਤਨਕ ਸਿਧ ਕੋ ਪਾਇਓ। ਤਾਂ ਜਿਹਦੇ ਵਿੱਚ ਵੀ ਥੋੜੀ ਥੋੜੀ ਸ਼ਕਤੀ ਆ ਗਈ, ਤਿਨ ਤਿਨ ਆਪਣਾ ਰਾਹ ਚਲਾਇਓ। ਉਹਨੇ ਹੀ ਆਪਣਾ ਆਪਣਾ ਰਾਹ ਚਲਾ ਲਿਆ, ਆਪਣੇ ਆਪਣੇ ਡੇਰੇ ਚਲਾ ਲਏ ਜਿਵੇਂ ਅੱਜ ਕੱਲ੍ਹ ਚਲਾਈ ਫਿਰਦੇ ਨੇ। ਕੁਝ ਕੁ ਸ਼ਕਤੀ ਕਿਉਂ ਆ ਜਾਵੇ ਆਪੋ ਆਪਣੇ ਪੰਥ ਚਲਾਉਣੇ ਸ਼ੁਰੂ ਕਰਦੇ ਨੇ। ਹਜ਼ੂਰ ਕਹਿ ਰਹੇ ਸਾਨੂੰ ਵਾਹਿਗੁਰੂ ਨੇ ਸਮਝਾਇਆ ਕਿ ਜਿਹਦੇ ਕੋਲ ਕੁਝ ਵੀ ਸ਼ਕਤੀ ਆ ਗਈ ਉਹਨਾਂ ਆਪਣੇ ਧਰਮ ਚਲਾਉਣੇ ਸ਼ੁਰੂ ਕਰ ਦਿੱਤੇ। ਪਰਮੇਸ਼ਰ ਨਾ ਕਿਨਹੂ ਪਹਿਚਾਨਾ। ਉਹ ਵਾਹਿਗੁਰੂ ਪਰਮੇਸ਼ਰ ਨੂੰ ਕਿਸੇ ਨੇ ਨਾ ਪਹਿਚਾਨਿਆ। ਮਮ ਉਚਾਰ ਤੇ ਭਇਓ ਦੀਵਾਨਾ। ਤਾਂ ਮੈਂ ਪਰਮੇਸ਼ਰ ਹਾਂ, ਮੈਂ ਪਰਮੇਸ਼ਰ ਹਾਂ ਮਮ ਮਮ ਕਰਦਿਆਂ ਸਾਰੇ ਪਾਗਲ ਹੋ ਰਹੇ ਸਨ। ਪਰਮ ਤਤ ਕਿਨਹੂ ਨਾ ਪਛਾਨਾ। ਲੇਕਿਨ ਜੋ ਪਰਮ ਤਤ ਵਾਹਿਗੁਰੂ ਸੀ ਉਹਦੀ ਪਹਿਚਾਣ ਕਿਸੇ ਨੇ ਵੀ ਨਾ ਕਰਨਾ ਕੀਤੀ। ਆਪ ਭੀਤਰ ਉਰਜਾਨਾ। ਆਪਸ ਦੇ ਵਿੱਚ ਹੀ ਉਲਝ ਗਏ, ਹੰਕਾਰੀ ਹੋ ਕਰਕੇ ਆਪਣੇ ਹੰਕਾਰ ਵਿੱਚ ਹੀ ਉਲਝਣ ਲੱਗ ਪਏ, ਰੱਬ ਨੂੰ ਨਾ ਚੇਤੇ ਕੀਤਾ। ਤਬ ਤੇ ਜੇ ਜੇ ਰਿਖ ਰਾਜ ਬਣਾਏ। ਤਾਂ ਉਸ ਵਕਤ ਫਿਰ ਵਾਹਿਗੁਰੂ ਨੇ ਰਿਖੀ ਪੈਦਾ ਕੀਤੇ, ਜੋ ਰਿਖੀ ਰਾਜ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਰਿਸ਼ੀ ਪੈਦਾ ਕੀਤੇ ਕਿ ਇਹ ਰੱਬ ਦੀ ਪੂਜਾ ਕਰਾਉਣਗੇ।
ਫਿਰ ਵਾਹਿਗੁਰੂ ਨੇ ਰਿਸ਼ੀ ਪੈਦਾ ਕੀਤੇ। ਤਿਨ ਆਪਨ ਪੁਨ ਸਿਮਰਤ ਚਲਾਏ। ਤਾਂ ਉਹਨਾਂ ਰਿਸ਼ੀਆਂ ਨੇ ਕੀ ਕੀਤਾ ਕਿ ਸਿਮਰਤੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਹਿੰਦੂ ਧਰਮ ਦੀਆਂ 27 ਸਿਮਰਤੀਆਂ ਨੇ, ਉਹਨਾਂ ਨੇ 27 ਸਿਮਰਤੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜੇ ਸਿਮਰਤ ਕੇ ਭਏ ਅਨੁਰਾਗੀ। ਤਾਂ ਹਜ਼ੂਰ ਕਹਿੰਦੇ ਜਿਹੜੇ ਉਹਨਾਂ ਸਿਮਰਤੀਆਂ ਨੂੰ ਪੜ੍ਹਨ ਲੱਗ ਪਏ ਜਿਨ੍ਹਾਂ ਵਿੱਚ ਕਰਮ ਕਾਂਡ ਲਿਖੇ ਹੋਏ ਹਨ, ਤਿਨ ਤਿਨ ਕਿਰਿਆ ਬ੍ਰਹਮ ਕੀ ਤਿਆਗੀ। ਉਹ ਰੱਬ ਦੀ ਕਿਰਿਆ ਨੂੰ ਛੱਡ ਗਏ। ਜਿਹੜੇ ਇਹਨਾਂ ਸਿਮਰਤੀਆਂ ਦੇ ਪਿੱਛੇ ਲੱਗ ਗਏ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਈ। ਜਿਨ ਮਨ ਹਰ ਚਰਨਨ ਠਹਿਰਾਇਓ। ਹਜ਼ੂਰ ਕਹਿੰਦੇ ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਠਹਿਰ ਗਿਆ ਸੀ, ਜਿਨ੍ਹਾਂ ਦਾ ਮਨ ਰੱਬ ਦੇ ਚਰਨਾਂ ਵਿੱਚ ਲੱਗਾ ਹੋਇਆ ਸੀ, ਸੋ ਸਿਮਰਤਾਨ ਕੇ ਰਾਹ ਨ ਆਇਓ। ਉਹ ਇਹਨਾਂ ਸਿਮਰਤਾਂ ਦੇ ਰਾਹ ਵਿੱਚ ਨਹੀਂ ਆਏ। ਭਾਵ ਕਿ ਜਿਹੜੇ ਰੱਬ ਦੇ ਪਿਆਰੇ ਸੀ ਉਹ ਤਾਂ ਇਹਨਾਂ ਸਿਮਰਤੀਆਂ ਨੂੰ ਨਹੀਂ ਪੜ੍ਹੇ, ਲੇਕਿਨ ਜਿਹੜੇ ਭੁਲੇਖੇ ਵਿੱਚ ਪਏ ਹੋਏ ਸੀ ਉਹ ਸਿਮਰਤੀਆਂ ਪੜ੍ਹਨ ਲੱਗ ਪਏ। ਤੋ ਇਵੇਂ ਰੱਬ ਦੇ ਪਿਆਰੇ ਜਿਹੜੇ ਸੀ ਹਜ਼ੂਰ ਕਹਿੰਦੇ ਉਹ ਇਸ ਰਾਹ ਤੇ ਨਾ ਚੱਲੇ। ਬ੍ਰਹਮਾਚਾਰ ਹੀ ਵੇਦ ਬਣਾਏ। ਤੋ ਜੋ ਬ੍ਰਹਮਾ ਜੀ ਹਨ 4 ਮੂੰਹਾਂ ਵਾਲੇ, ਉਹਨਾਂ ਨੇ 4 ਵੇਦ ਉਚਾਰ ਦਿੱਤੇ, 4 ਵੇਦ ਪੈਦਾ ਕੀਤੇ। ਸਰਬ ਲੋਕ ਤਹਿ ਕਰਮ ਚਲਾਏ। ਤਾਂ ਜਿੰਨੇ ਵੀ ਦੁਨੀਆ ਦੇ ਲੋਕ ਸੀ ਕਰਮ ਕਾਂਡਾਂ ਵਿੱਚ ਲਾ ਦਿੱਤੇ, ਜਿਵੇਂ ਵੀ ਵੇਦਾਂ ਵਿੱਚ ਕਿਹਾ ਹੋਇਆ। ਤਾਂ ਇਵੇਂ ਵੇਦਾਂ ਦੇ ਰਾਹ ਉੱਪਰ ਚਲਾਏ। ਜਿਨ ਕੀ ਲਿਵ ਹਰ ਚਰਨ ਲਾਗੀ। ਹਜ਼ੂਰ ਕਹਿੰਦੇ ਜਿਨ੍ਹਾਂ ਦੀ ਲਿਵ ਵਾਹਿਗੁਰੂ ਦੇ ਚਰਨਾਂ ਨਾਲ ਲੱਗੀ ਹੋਈ ਸੀ, ਵੇਦਨ ਤੇ ਭਏ ਤਿਆਗੀ। ਉਹਨਾਂ ਨੇ ਵੇਦਾਂ ਨੂੰ ਤਿਆਗ ਦਿੱਤਾ। ਉਹ ਵੇਦਾਂ ਨੂੰ ਨਹੀਂ ਪੜ੍ਹੇ, ਉਹਨਾਂ ਵੇਦਾਂ ਨੂੰ ਨਹੀਂ ਮੰਨਿਆ। ਜਿਹੜੇ ਵਾਹਿਗੁਰੂ ਦੇ ਚਰਨਾਂ ਦੇ ਇਵੇਂ ਭੌਰੇ ਬਣ ਚੁੱਕੇ ਸੀਗੇ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਲੱਗ ਚੁੱਕਾ ਸੀ, ਉਹ ਇਹਨਾਂ ਦੇ ਰਾਹ ਵਿੱਚ ਨਹੀਂ ਆਏ। ਜਿਨ ਮਤ ਵੇਦ ਕਤੇਬਨ ਤਿਆਗੀ। ਹਜ਼ੂਰ ਕਹਿੰਦੇ ਨੇ ਕਿ ਜਿਨ੍ਹਾਂ ਨੇ ਵੇਦਾਂ ਤੇ ਕਤੇਬਾਂ ਦੀ ਮੱਤ ਨੂੰ ਛੱਡ ਦਿੱਤਾ, ਕਿਉਂਕਿ ਵੇਦ ਹਿੰਦੂ ਧਰਮ ਦੇ ਨੇ ਤੇ ਕਤੇਬ ਜਿਹੜੇ ਨੇ ਉਹ ਮੁਸਲਮਾਨ ਧਰਮ ਦੇ ਨੇ। ਤੇ ਵੇਦਾਂ ਤੇ ਕਤੇਬਾਂ ਵਿੱਚ ਇੱਕ ਦੂਜੇ ਦੀ ਇਵੇਂ ਖਾਲਸਾ ਜੀ ਉਲਟਤਾਈ ਲਿਖੀ ਹੋਈ ਹੈ। ਉਹ ਹਿੰਦੂਆਂ ਨੂੰ ਮਾੜਾ ਕਹੀ ਜਾਂਦੇ, ਉਹ ਮੁਸਲਮਾਨਾਂ ਨੂੰ ਕਹੀ ਜਾਂਦੇ ਨੇ। ਹਜ਼ੂਰ ਕਹਿ ਰਹੇ ਨੇ ਕਿ ਜਿਹੜੇ ਵੇਦ ਕਤੇਬ ਸੀ ਜਿਨ੍ਹਾਂ ਨੇ ਇਹਨਾਂ ਦੀ ਮੱਤ ਨੂੰ ਛੱਡ ਦਿੱਤਾ, ਪਾਰ ਬ੍ਰਹਮ ਕੇ ਭਏ ਅਨੁਰਾਗੀ। ਤਾਂ ਉਹ ਭਾਈ ਵਾਹਿਗੁਰੂ ਦੇ ਪ੍ਰੇਮੀ ਬਣ ਗਏ, ਉਹ ਪਰਮੇਸ਼ਰ ਦੇ ਪਿਆਰੇ ਬਣ ਗਏ। ਇਨਕੇ ਗੂੜ ਮਤ ਦੇ ਤਲਹੀ। ਤਾਂ ਇਵੇਂ ਭਾਈ ਇਹ ਜਿਹੜੀ ਗੂੜੀ ਮੱਤ ਸੀ ਜਿਹੜੇ ਇਹਦੇ ਵਿੱਚ ਚੱਲੇ ਸਨ, ਪਾਤ ਅਨੇਕ ਦੁਖਨ ਸੋ ਦਲਹੀ। ਤਾਂ ਉਹਨਾਂ ਦੇ ਅਨੇਕਾਂ ਤਰ੍ਹਾਂ ਦੇ ਦੁੱਖ ਜਿਹੜੇ ਸੀ ਉਹ ਦਲੇ ਗਏ, ਖਤਮ ਹੋ ਗਏ। ਕਿਹਨਾਂ ਦੇ? ਜੋ ਵੇਦਾਂ ਕਤੇਬਾਂ ਨੂੰ ਛੱਡ ਕੇ ਵਾਹਿਗੁਰੂ ਦੇ ਪ੍ਰੇਮੀ ਬਣ ਗਏ, ਜਿਨ੍ਹਾਂ ਦਾ ਮਨ ਕੇਵਲ ਵਾਹਿਗੁਰੂ ਨਾਲ ਲੱਗਾ ਹੋਇਆ ਸੀ। ਉਹਨਾਂ ਦੇ ਅਨੇਕਾਂ ਤਰ੍ਹਾਂ ਦੇ ਦੁੱਖ ਦੂਰ ਹੋ ਗਏ, ਦਲੇ ਗਏ। ਜੀ ਜੇ ਸਹਿਤ ਜਾਤਨ ਸੰਦੇਹ। ਤਾਂ ਹਜ਼ੂਰ ਕਹਿੰਦੇ ਜਿਨ੍ਹਾਂ ਨੇ ਇਹ ਦੁੱਖ ਸਹਿਣਾ ਕੀਤਾ ਸਰੀਰ ਦੇ ਉੱਪਰ, ਕਿਉਂਕਿ ਵਾਹਿਗੁਰੂ ਦੀ ਬੰਦਗੀ ਕਰਨ ਲੱਗਿਆ ਇਹ ਕੁਝ ਨਾ ਕੁਝ ਤਾਂ ਸਰੀਰ ਨੂੰ ਦੁੱਖ ਦੇਣਾ ਹੀ ਪੈਂਦਾ। ਜਿਵੇਂ ਅੰਮ੍ਰਿਤ ਵੇਲੇ ਉੱਠਣਾ, ਤਾਂ ਇਸ਼ਨਾਨ ਕਰਨਾ। ਹਜ਼ੂਰ ਕਹਿੰਦੇ ਜਿਨ੍ਹਾਂ ਨੇ ਸਰੀਰ ਤੇ ਇਹ ਦੁੱਖ ਸਹਿਣਾ ਕੀਤੇ ਹਨ, ਜੀ ਜੇ ਸਹਿਤ ਜਾਤਨ ਸੰਦੇਹ। ਤਾਂ ਜਿਨ੍ਹਾਂ ਨੇ ਆਪਣੇ ਸਰੀਰ ਤੇ ਇਹ ਦੁੱਖ ਸਹਿਣਾ ਕੀਤੇ, ਪ੍ਰਭ ਕੋ ਸੰਗ ਨਾ ਛੋਟ ਤਲੇਹ। ਤਾਂ ਇਵੇਂ ਭਾਈ ਉਹਨਾਂ ਦਾ ਪ੍ਰੇਮ ਤਾਂ ਵਾਹਿਗੁਰੂ ਨਾਲੋਂ ਨਹੀਂ ਛੁੱਟਿਆ, ਉਹਨਾਂ ਦਾ ਬਹੁਤਾ ਪ੍ਰੇਮ ਬਣ ਗਿਆ। ਤੇ ਪਰਮਪੁਰੀ ਕਹਿ ਜਾਹੀ। ਤਾਂ ਜਿਨ੍ਹਾਂ ਨੇ ਵੀ ਸਰੀਰ ਤੇ ਇਹ ਦੁੱਖ ਸਹੇ ਨੇ, ਅੰਮ੍ਰਿਤ ਵੇਲਾ ਸਾਂਭਿਆ, ਬੰਦਗੀ ਕੀਤੀ ਹੈ, ਹਜ਼ੂਰ ਕਹਿੰਦੇ ਤੇ ਪਰਮਪੁਰੀ ਕਹਿ ਜਾਹੇ। ਉਹ ਭਾਈ ਵਾਹਿਗੁਰੂ ਦੀ ਪੁਰੀ ਸੱਚਖੰਡ ਵਿੱਚ ਜਾਣਗੇ। ਤਿਨ ਹਰਸ਼ੋ ਅੰਤਰ ਕਛ ਨਾਹੀ। ਉਹਨਾਂ ਵਿੱਚ ਤੇ ਰੱਬ ਵਿੱਚ ਕੋਈ ਵੀ ਅੰਤਰ ਨਹੀਂ ਹੈ। ਜੋ ਇਵੇਂ ਭਾਈ ਵਾਹਿਗੁਰੂ ਦੀ ਭਗਤੀ ਕਰਦੇ ਹਨ, ਜਾਤਨ ਤੇ ਡਰੇ। ਤਾਂ ਇਵੇਂ ਭਾਈ ਜਿਹੜੇ ਇਹ ਕਰਮ ਕਰਨ ਤੋਂ ਡਰ ਗਏ ਕਿ ਹਾਂ ਭਾਈ ਅੰਮ੍ਰਿਤ ਵੇਲੇ ਉੱਠਣਾ ਪੈਣਾ, ਅੰਮ੍ਰਿਤ ਛਕ ਲਿਆ, ਕਿਰਪਾਨ ਕਿਵੇਂ ਸਾਂਭਾਂਗੇ, ਕਿਵੇਂ ਅਸੀਂ ਸਿਰ ਤੇ ਕੰਘਾ ਲਾਵਾਂਗੇ, ਕਛਹਿਰਾ ਕਿਵੇਂ ਪਹਿਨਾਂਗੇ। ਹਜ਼ੂਰ ਕਹਿੰਦੇ ਜੋ ਰੱਬ ਦੇ ਕਰਮਾਂ ਨੂੰ ਕਰਨ ਤੋਂ ਡਰ ਗਏ, ਪਰਮ ਪੁਰਖ ਤਜ ਤਿੰਨ ਮਗ ਪਰੇ। ਤੇ ਜੋ ਪਰਮੇਸ਼ਰ ਨੂੰ ਛੱਡ ਕਰਕੇ ਵੇਦਾਂ ਕਤੇਬਾਂ ਦੇ ਰਾਹ ਤੇ ਚੱਲ ਪਏ, ਤੇ ਨਰਕ ਕੁੰਡ ਮੈਂ ਪਰਹੀ। ਤਾਂ ਹਜ਼ੂਰ ਕਹਿੰਦੇ ਉਹ ਸਾਰੇ ਨਰਕਾਂ ਵਿੱਚ ਆ ਕਰਕੇ ਪਏ ਸੀ। ਜਾਂ ਇਹ ਭਾਈ ਜਿਹੜੇ ਵੀ ਐਸੇ ਕਰਮ ਕਰਨਗੇ
ਉਹ ਭਾਈ ਨਰਕਾਂ ਵਿੱਚ ਪੈਣਗੇ, ਜੋ ਰੱਬ ਨੂੰ ਛੱਡ ਕਰਕੇ ਵੇਦਾਂ ਕਤੀਬਾਂ ਵਿੱਚ ਉਲਝੇ ਰਹਿਣਗੇ। ਬਾਰ ਬਾਰ ਜਗ ਮੋਹ ਬਪ ਧਰਹੀ, ਵਾਰ-ਵਾਰ ਇਸ ਦੁਨੀਆ ਤੇ ਉਹ ਜਨਮ ਧਾਰਨ ਕਰਨਗੇ। ਤਬ ਹਰ ਬਹਰ ਦਾਤ ਉਪਜਾਇਓ, ਤਾਂ ਇਵੇਂ ਭਾਈ ਫਿਰ ਵਾਹਿਗੁਰੂ ਨੇ ਦੱਤਾਤਰੇ ਪੈਦਾ ਕੀਤਾ। ਜਦੋਂ ਦੇਖਿਆ ਕਿ ਰਿਖੀਆਂ ਨੇ ਤਾਂ ਸਿਮਰਤੀਆਂ ਚਲਾ ਦਿੱਤੀਆਂ ਨੇ, ਤੋ ਫਿਰ ਵਾਹਿਗੁਰੂ ਨੇ ਦੱਤਾਤਰੇ ਪੈਦਾ ਕੀਤਾ। ਵੀ ਆਪਣਾ ਪੰਥ ਚਲਾਇਓ, ਤੋ ਉਹ ਦੱਤਾਤਰੇ ਨੇ ਕੀ ਕੀਤਾ ਕਿ ਦੁਨੀਆ ਵਿੱਚ ਆਪਣਾ ਪੰਥ ਚਲਾ ਲਿਆ, ਆਪਣਾ ਹੀ ਧਰਮ ਚਲਾ ਲਿਆ ਆ ਕੇ। ਕਰ ਮੋਹ ਨਖ ਸਿਰ ਜਟਾ ਜਸਵਾਰੀ, ਕੀ ਕੀਤਾ ਕਿ ਲੋਕਾਂ ਦੇ ਨਹੁੰ ਵਧਾਉਣੇ ਸ਼ੁਰੂ ਕਰ ਦਿੱਤੇ ਤੇ ਸਿਰ ਤੇ ਜੜਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਆਪਣਾ ਪੰਥ ਚਲਾ ਲਿਆ ਦੱਤਾਤਰੇ ਨੇ। ਸਿਰ ਵਿੱਚ ਇਵੇਂ ਬੋੜ ਦਾ ਦੁੱਧ ਪਾ ਕਰਕੇ, ਸਵਾਹ ਪਾ ਕਰਕੇ ਜੜਾਵਾਂ ਬਣਾਉਣ ਲੱਗ ਪਏ, ਆਪਣੇ ਨਹੁੰ ਵਧਾਉਣ ਲੱਗ ਪਏ। ਅੱਜ ਵੀ ਜਿਹੜੇ ਨਹੁੰ ਵਧਾਉਂਦੇ ਨੇ ਨਾ ਪੈਰਾਂ ਦੇ ਜਾਂ ਹੱਥਾਂ ਦੇ, ਉਹ ਦੱਤਾਤਰੇ ਦੇ ਚੇਲੇ ਹੀ ਨੇ, ਭਾਵੇਂ ਉਹ ਬੀਬੀਆਂ ਹੋਣ, ਭਾਵੇਂ ਉਹ ਇਵੇਂ ਖਾਲਸਾ ਜੀ ਮਰਦ ਹੋਣ। ਇਹ ਸਿੱਖਾਂ ਦੇ ਕਰਮ ਨਖੀ ਹਨ, ਕਿਉਂਕਿ ਜ਼ਿਆਦਾ ਨਹੁੰ ਵਧੇ ਹੋਣ ਵਿੱਚ ਗੰਦਗੀ ਫਸਦੀ ਹੈ। ਕਲਗੀਧਰ ਪਾਤਸ਼ਾਹ ਦਾ ਹੁਕਮ ਨਖੀ ਹੈ, ਅਸੀਂ ਸੇਵਾ ਕਰਨੀ ਹੁੰਦੀ ਹੈ, ਗੁਰਬਾਣੀ ਪੜ੍ਹਨੀ ਹੁੰਦੀ ਹੈ, ਫਿਰ ਉਹ ਨਹੁੰਾਂ ਵਿੱਚ ਗੰਦਗੀ ਫਸੀ ਰਹਿੰਦੀ ਹੈ। ਤੋ ਇਵੇਂ ਇਹ ਜਿਹੜਾ ਦੱਤਾਤਰੇ ਸੀ, ਇਸ ਨੇ ਕੀ ਕੀਤਾ ਕਿ ਖਾਲਸਾ ਜੀ ਲੋਕਾਂ ਦੇ ਨਹੁੰ ਵਧਾਉਣੇ ਸ਼ੁਰੂ ਕਰ ਦਿੱਤੇ। ਕੋਈ ਕੰਮ ਹੀ ਨਾ ਕਰ ਸਕਣ, ਬੰਦਗੀ ਕਰਦੇ ਰਹਿਣ, ਲੇਕਿਨ ਆਪਣੇ ਨਾਲ ਜੋੜ ਲਏ, ਨਹੁੰ ਵਧਾਉਣੇ ਸ਼ੁਰੂ ਕਰ ਦਿੱਤੇ ਔਰ ਸਿਰ ਦੇ ਵਿੱਚ ਜੜਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਭ ਕੀ ਕਿਰਿਆ ਨ ਕਛੂ ਵਿਚਾਰੀ, ਲੇਕਿਨ ਜਿਹੜੀ ਰੱਬ ਦੀ ਕਿਰਿਆ ਸੀ, ਪਰਮੇਸ਼ਰ ਦੀ, ਵਾਹਿਗੁਰੂ ਦੀ, ਉਹ ਕੋਈ ਨਾ ਵਿਚਾਰਨ ਕੀਤੀ। ਹੁਣ ਹਰ ਗੋਰਖ ਕੋ ਔਰ ਭਾਜਾ, ਤੋ ਫਿਰ ਵਾਹਿਗੁਰੂ ਨੇ ਗੋਰਖਨਾਥ ਪੈਦਾ ਕੀਤਾ, ਜੋ ਇਹ ਭਾਈ ਨਾਥਾਂ ਦਾ, ਸਿੱਧਾਂ ਦਾ ਗੁਰੂ ਹੋਇਆ, ਜਿਹਨੂੰ ਗੋਰਖਨਾਥ ਕਹਿੰਦੇ ਨੇ। ਫਿਰ ਵਾਹਿਗੁਰੂ ਨੇ ਗੋਰਖਨਾਥ ਪੈਦਾ ਕੀਤਾ। ਸਿੱਖ ਕਰੇ ਤਿਨਹੁ ਬੜ ਰਾਜਾ, ਉਸ ਗੋਰਖਨਾਥ ਨੇ ਵੱਡੇ ਵੱਡੇ ਰਾਜਿਆਂ ਨੂੰ ਆਪਣੇ ਸਿੱਖ ਬਣਾਇਆ ਕਿ ਜੇਕਰ ਰਾਜੇ ਮੇਰੇ ਚੇਲੇ ਬਣ ਗਏ, ਫਿਰ ਰਾਜੇ ਦੁਨੀਆ ਨੂੰ ਸੁਧਾਰ ਦੇਣਗੇ। ਉਸ ਗੋਰਖਨਾਥ ਨੇ ਰਾਜਿਆਂ ਨੂੰ ਆਪਣੇ ਚੇਲੇ ਬਣਾਇਆ। ਸ਼ਰਵਣ ਹਾਰ ਮੁੰਦਰਾ ਦੁਐ ਡਾਰੀ, ਉਸ ਨੇ ਕੀ ਕੀਤਾ ਕਿ ਕੰਨ ਪਾੜ ਪਾੜ ਕਰਕੇ ਰੱਬ ਦੀ ਬਣਾਈ ਹੋਈ ਬਣਤਰ ਨੂੰ ਇਵੇਂ ਪੜਾ ਕਰਕੇ, ਕੰਨ ਪੜਾ ਕਰਕੇ ਵਿੱਚ ਮੁੰਦਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਵੀ ਜੋ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਨੇ, ਨੱਕ ਵਿੱਚ, ਜਾਂ ਬੀਬੀਆਂ ਜਾਂ ਕੋਈ ਵੀਰ ਹੈ, ਉਹ ਗੋਰਖਨਾਥ ਦੇ ਚੇਲੇ ਹੀ ਨੇ। ਕਲਗੀਧਰ ਪਾਤਸ਼ਾਹ ਦੇ ਤਾਂ ਇਹ ਹੁਕਮ ਨਹੀਂ ਹੈ। ਮਹਾਰਾਜ ਦਾ ਤੇ ਸਾਨੂੰ ਹੁਕਮ ਹੈ ਕਿ ਸਾਬਤ ਸੂਰਤ, ਦਸਤਾਰ ਸਿਰਾ, ਸਾਬਤ ਸੂਰਤ ਰਹਿਣਾ। ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਕਿ ਦੇਖੋ, ਰੱਬ ਨੂੰ ਪਤਾ ਹੈ ਕਿ ਸਾਡੀਆਂ ਨਾਸਾਂ ਵਿੱਚ ਦੋ ਇਵੇਂ ਉਹ ਮੋਰੀਆਂ ਚਾਹੀਦੀਆਂ, ਕਿਉਂਕਿ ਅਸੀਂ ਸਾਹ ਲੈਣਾ। ਕੰਨਾਂ ਵਿੱਚ ਵੀ ਦੋ ਉਹ ਮੋਰੀਆਂ ਚਾਹੀਦੀਆਂ ਨੇ ਕਿ ਅਸੀਂ ਸੁਣਨਾ। ਤੇ ਰੱਬ ਨੂੰ ਇਹ ਨਹੀਂ ਸੀ ਪਤਾ ਕਿ ਕੰਨ ਵਿੱਚ ਵੀ ਮੋਰੀ ਦੇ ਦਿਆਂ। ਜੇ ਲੋੜ ਹੁੰਦੀ ਤਾਂ ਰੱਬ ਨੇ ਇਹ ਵੀ ਪੈਦਾ ਕਰ ਦੇਣੀਆਂ ਸੀ। ਇਵੇਂ ਖਾਲਸਾ ਜੀ ਇਹ ਭੰਨ ਤੋੜ ਕਰਨੀ ਸਰੀਰ ਨਾਲ, ਇਹ ਵਾਹਿਗੁਰੂ ਦੇ ਬਾਣੇ ਤੋਂ ਉਲਟ ਚੱਲਣਾ ਹੈ। ਤੋ ਇਸ ਪ੍ਰਕਾਰ ਇਹ ਜਿਹੜਾ ਗੋਰਖਨਾਥ ਸੀ, ਇਸ ਨੇ ਖਾਲਸਾ ਜੀ ਕੰਨ ਪੜਾ ਕਰਕੇ ਵਿੱਚ ਮੁੰਦਰਾਂ ਪਵਾ ਦਿੱਤੀਆਂ। ਹਰ ਕੀ ਪ੍ਰੀਤ ਰੀਤ ਨਾ ਵਿਚਾਰੀ, ਤੇ ਜੋ ਵਾਹਿਗੁਰੂ ਦੀ ਪ੍ਰੀਤੀ ਸੀ, ਰੀਤੀ ਸੀ, ਉਹ ਨਾ ਵਿਚਾਰਨ ਕੀਤੀ। ਹੁਣ ਹਰ ਰਾਮਾਨੰਦ ਕੋ ਕਰਾ, ਤਾਂ ਫਿਰ ਵਾਹਿਗੁਰੂ ਨੇ ਰਾਮਾਨੰਦ ਇੱਕ ਭੇਖੀ ਸਾਧੂ ਹੋਇਆ, ਉਸ ਨੂੰ ਪੈਦਾ ਕਰ ਦਿੱਤਾ। ਭੇਸ ਬੈਰਾਗੀ ਕੋ ਜਿਨ ਧਰਾ, ਤਾਂ ਉਸ ਨੇ ਆਪਣੇ ਸਰੀਰ ਤੇ ਬੈਰਾਗੀ ਬਾਣਾ ਜਿਹੜਾ ਸੀਗਾ ਵੈਰਾਗੀ ਸਾਧੂਆਂ ਵਾਲਾ, ਉਹ ਧਾਰਨ ਕਰ ਲਿਆ। ਕੰਠੀ ਕੰਠ ਕਾਠ ਕੀ ਡਾਰੀ, ਤੇ ਆਪਣੇ ਗਲ ਵਿੱਚ ਉਸ ਨੇ ਲੱਕੜ ਦੀ ਮਾਲਾ ਪਹਿਨ ਲਈ। ਤਾਂ ਇਵੇਂ ਲੱਕੜ ਦੀ ਜਿਹੜੀ ਮਾਲਾ ਸੀ, ਉਹ ਆਪਣੇ ਗਲ ਵਿੱਚ ਪਹਿਨਣੀ ਸ਼ੁਰੂ ਕਰ ਦਿੱਤੀ। ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ, ਲੇਕਿਨ ਰੱਬ ਦੀ ਕਿਰਿਆ ਨੂੰ ਰਾਮਾਨੰਦ ਵੀ ਨਾ ਵਿਚਾਰ ਸਕਿਆ। ਜੇ ਪ੍ਰਭ ਪਰਮ ਪੁਰਖ ਉਪਜਾਏ, ਤਾਂ ਇਵੇਂ ਜਿਹੜੇ ਭਾਈ ਵਾਹਿਗੁਰੂ ਦੇ ਪਰਮੇਸ਼ਰ ਵਾਹਿਗੁਰੂ ਨੂੰ ਪੂਜਦੇ ਸਨ, ਤਾਂ ਇਸ ਪ੍ਰਕਾਰ ਜੇ ਪ੍ਰਭ ਪਰਮ ਪੁਰਖ ਉਪਜਾਏ, ਇਵੇਂ ਭਾਈ ਜਿਹੜੇ ਵੀ ਵਾਹਿਗੁਰੂ ਨੇ ਪੈਦਾ ਕੀਤੇ, ਦੱਤਾਤਰੇ ਵਰਗੇ,
ਤਾਂ ਇਵੇਂ ਹੀ ਇਹ ਰਾਮਾਨੰਦ ਵਰਗੇ ਜਿਹੜੇ ਜਿਹੜੇ ਵੀ ਪੈਦਾ ਕੀਤੇ, ਤਿਨ ਤਿਨ ਆਪਣੇ ਰਾਹ ਚਲਾਏ। ਇਹਨਾਂ ਸਾਰਿਆਂ ਨੇ ਹੀ ਦੁਨੀਆ ਨੂੰ ਆਪਣੇ ਰਾਹ ਤੇ ਚਲਾ ਲਿਆ, ਆਪਣੇ ਆਪਣੇ ਪੰਥ ਬਣਾ ਲਏ। ਮਹਾਦੀਨ ਤਬ ਪ੍ਰਭ ਉਪਰਾਜਾ। ਤਾਂ ਫਿਰ ਸਭ ਕੁਝ ਸੋਚਦਿਆਂ ਹੋਇਆਂ ਵਾਹਿਗੁਰੂ ਨੇ ਜੋ ਇਵੇਂ ਖਾਲਸਾ ਜੀ ਮੁਹੰਮਦ ਸਾਹਿਬ ਹੋਏ ਨੇ, ਇਹ ਪੈਦਾ ਕੀਤੇ, ਇਹ ਮੁਸਲਮਾਨ ਧਰਮ ਦੇ ਆਗੂ ਨੇ। ਫਿਰ ਵਾਹਿਗੁਰੂ ਨੇ ਇਵੇਂ ਖਾਲਸਾ ਜੀ ਇਹ ਮੁਹੰਮਦ ਸਾਹਿਬ ਨੂੰ ਪੈਦਾ ਕੀਤਾ। ਅਰਬ ਦੇਸ਼ ਕੋ ਕੀਨੋ ਰਾਜਾ। ਇਹਨਾਂ ਨੂੰ ਅਰਬ ਦੇਸ਼ ਦਾ ਰਾਜਾ ਬਣਾਇਆ। ਅਰਬ ਦੇਸ਼ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ। ਤੋ ਇਵੇਂ ਇਹ ਮੁਹੰਮਦ ਨੂੰ ਪੈਦਾ ਕੀਤਾ। ਤਿਨ ਵੀ ਏਕ ਪੰਥ ਉਪਰਾਜਾ। ਤੋ ਮੁਹੰਮਦ ਸਾਹਿਬ ਨੇ ਵੀ ਆਪਣਾ ਇੱਕ ਧਰਮ ਸ਼ੁਰੂ ਕਰ ਦਿੱਤਾ। ਲਿੰਗ ਬਿਨਾ ਕੀਨੇ ਸਭ ਰਾਜਾ। ਉਸ ਨੇ ਕੀ ਕਿਹਾ ਕਿ ਜਿਹੜਾ ਮੇਰਾ ਚੇਲਾ ਹੈ ਉਹ ਸੁੰਨਤ ਕਰਾਵੇ। ਅੱਜ ਵੀ ਮੁਸਲਮਾਨ ਸੁੰਨਤ ਕਰਾਉਂਦੇ ਨੇ। ਰੱਬ ਵਾਲੇ ਪਾਸੇ ਤਾਂ ਕਿਸੇ ਨੇ ਲਾਇਆ ਨਹੀਂ ਸੀਗਾ। ਇਹ ਹਜ਼ੂਰ ਆਪ ਕਹਿ ਰਹੇ ਨੇ, ਕਿਉਂਕਿ ਮੇਰੀ ਇੱਛਾ ਸੀਗੀ ਕਿ ਸਾਨੂੰ ਇਹ ਪਤਾ ਲੱਗੇ ਕਿ ਹਜ਼ੂਰ ਆਏ ਕਿਉਂ ਨੇ ਇਸ ਦੁਨੀਆ 'ਤੇ। ਇਤਿਹਾਸ ਤਾਂ ਸਤਿਗੁਰਾਂ ਦਾ ਅਸੀਂ ਬੜੀ ਵਾਰ ਸੁਣਿਆ, ਕੱਲ੍ਹ ਨੂੰ ਵੀ ਆਪਾਂ ਸੁਣਾਂਗੇ। ਇਹ ਚੀਜ਼ ਸੁਣਨੀ ਬੜੀ ਜ਼ਰੂਰੀ ਹੈ। ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਹੜੇ ਇਹ ਮੁਹੰਮਦ ਸਾਹਿਬ ਸਨ, ਇਹਨਾਂ ਨੇ ਆਪਣੇ ਮਗਰ ਹੀ ਲੋਕਾਂ ਨੂੰ ਲਾ ਲਿਆ। ਉਹਨਾਂ ਦੀ ਸੁੰਨਤ ਕਰਾ ਕਰਕੇ ਮੁਸਲਮਾਨ ਬਣਾਉਣ ਲੱਗ ਪਏ। ਸਭ ਤੇ ਆਪਣਾ ਨਾਮ ਜਪਾਇਓ। ਤੋ ਸਾਰਿਆਂ ਦੇ ਕੋਲੋਂ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਸਤਨਾਮ ਕਾਹੂ ਨਾ ਦ੍ਰਿੜਾਇਓ। ਜੋ ਸਤਨਾਮ ਵਾਹਿਗੁਰੂ ਦਾ ਸਿਮਰਨ ਸੀ, ਉਹ ਕਿਸੇ ਦੇ ਕੋਲੋਂ ਨਾ ਦ੍ਰਿੜ ਕਰਾਇਆ। ਸਭ ਆਪਣੀ ਆਪਣੀ ਵਰਜਾਨਾ। ਤਾਂ ਇਵੇਂ ਹਜ਼ੂਰ ਕਹਿ ਰਹੇ ਨੇ, ਸਾਰੇ ਆਪਣੀ ਆਪਣੀ ਪੂਜਾ ਵਿੱਚ ਲੱਗ ਗਏ। ਪਾਰ ਬ੍ਰਹਮ ਕਾਹੂ ਨਾ ਪਛਾਨਾ। ਤੇ ਪਾਰ ਬ੍ਰਹਮ ਵਾਹਿਗੁਰੂ ਨੂੰ ਕਿਸੇ ਨੇ ਨਾ ਚੇਤੇ ਕੀਤਾ। ਸਭ ਸਾਧਤ ਹਰ ਮੋਹਿ ਬੁਲਾਇਓ। ਤੋ ਹਜ਼ੂਰ ਕਹਿੰਦੇ ਫਿਰ ਸਾਨੂੰ ਵਾਹਿਗੁਰੂ ਨੇ ਤਪ ਕਰਦਿਆਂ ਬੁਲਾਇਆ। ਜਦੋਂ ਇਵੇਂ ਕਿਸੇ ਨੇ ਵੀ ਰੱਬ ਨੂੰ ਨਾ ਚੇਤੇ ਕੀਤਾ, ਤੋ ਫਿਰ ਸਾਨੂੰ ਵਾਹਿਗੁਰੂ ਨੇ ਤਪ ਕਰਦਿਆਂ ਹੋਇਆਂ ਬੁਲਾਇਆ। ਤੇ ਉਸ ਵਕਤ ਮਹਾਰਾਜ ਹੇਮਕੁੰਟ ਸਾਹਿਬ ਸਨ। ਇਮ ਕਹਿ ਕੈ ਇਹ ਲੋਕ ਪਠਾਇਓ। ਤੋ ਸਾਨੂੰ ਆਪਣੇ ਕੋਲ ਬੁਲਾ ਕੇ ਇਹ ਬਚਨ ਕਹੇ ਸੀਗੇ ਕਿ ਦੇਖੋ ਅਸੀਂ ਦੇਵੀ ਦੇਵਤੇ ਪੈਦਾ ਕੀਤੇ, ਦੈਂਤ ਪੈਦਾ ਕੀਤੇ, ਦੱਤਾਤਰੇ ਜਿਨ੍ਹਾਂ ਦੇ ਆਪਾਂ ਨਾਮ ਸੁਣ ਲਏ ਨੇ, ਇਹ ਅਸੀਂ ਪੈਦਾ ਕੀਤੇ, ਇਹਨਾਂ ਰੱਬ ਦਾ ਨਾਮ ਨਹੀਂ ਜਪਾਇਆ। ਤੋ ਹੁਣ ਹਜ਼ੂਰ ਕਹਿ ਰਹੇ ਨੇ, ਇਮ ਕਹਿ ਕੇ ਇਹ ਲੋਕ ਪਠਾਇਓ। ਸਾਨੂੰ ਇਹ ਕਹਿ ਕਰਕੇ ਦੁਨੀਆ ਤੇ ਘੱਲਿਆ ਸੀਗਾ, ਉਹ ਹੁਣ ਹਜ਼ੂਰ ਬਚਨ ਦੱਸ ਰਹੇ ਨੇ। ਆਓ ਸਰਵਣ ਕਰੀਏ। ਅਕਾਲ ਪੁਰਖ ਬਾਚ। ਸੋ ਅਕਾਲ ਪੁਰਖ ਵਾਹਿਗੁਰੂ ਦੇ ਇਹ ਬਚਨ ਨੇ। ਕਲਗੀਧਰ ਪਾਤਸ਼ਾਹ ਕਹਿੰਦੇ ਜੋ ਵੀ ਸਾਨੂੰ ਵਾਹਿਗੁਰੂ ਨੇ ਸਮਝਾ ਕਰਕੇ ਦੁਨੀਆ ਤੇ ਭੇਜਿਆ, ਉਹ ਭਾਈ ਅਸੀਂ ਕਹਿ ਰਹੇ ਹਾਂ। ਜੋ ਭਈ ਮੈਂ ਆਪਣਾ ਸੁਧ ਤੋਹਿ ਨਵਾਜਾ। ਤੋ ਵਾਹਿਗੁਰੂ ਨੇ ਕਿਹਾ ਕਿ ਇਹ ਦੁਸ਼ਟ ਦਮਨ ਜੀ, ਮੈਂ ਆਪਣਾ ਸੁਤ ਤੋਂ ਹੀ ਨਿਵਾਜਿਆ। ਮੈਂ ਤੁਹਾਨੂੰ ਆਪਣਾ ਪੁੱਤਰ ਬਣਾ ਕਰਕੇ ਭੇਜਦਾ। ਤੇ ਖਾਲਸਾ ਜੀ ਪਿਤਾ ਦੇ ਵਿੱਚ ਤੇ ਪੁੱਤਰ ਵਿੱਚ ਕੋਈ ਫਰਕ ਨਹੀਂ ਹੁੰਦਾ। ਇਵੇਂ ਜਿੰਨੀ ਵੀ ਪਿਤਾ ਦੀ ਜਾਇਦਾਦ ਹੁੰਦੀ ਹੈ, ਉਹ ਸਾਰੀ ਖਾਲਸਾ ਜੀ ਪੁੱਤਰ ਦੀ ਹੁੰਦੀ ਹੈ। ਤੋ ਇਵੇਂ ਪੁੱਤਰ ਦੇ ਵਿੱਚ ਤੇ ਪਿਤਾ ਵਿੱਚ ਕੋਈ ਫਰਕ ਨਹੀਂ। ਇਵੇਂ ਹੀ ਬਾਜਾਂ ਵਾਲੇ ਸਤਿਗੁਰੂ ਅਤੇ ਇਵੇਂ ਖਾਲਸਾ ਜੀ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਹੈ। ਤੋ ਇਵੇਂ ਤਾਂ ਗੁਰਬਾਣੀ ਦਾ ਵੀ ਕਹਿਣਾ, ਸਮੁੰਦ ਵਿਰੋੜ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਇਹ ਫਰਕ ਨਹੀਂ ਸਮਝਣਾ ਚਾਹੀਦਾ ਕਿ ਗੁਰੂ ਹੋਰ ਹੈ ਔਰ ਰੱਬ ਕੋਈ ਹੋਰ ਹੈ। ਨਹੀਂ, ਗੁਰਬਾਣੀ ਨੇ ਕਿਹਾ ਗੁਰ ਪਰਮੇਸ਼ਰ ਏਕੋ ਜਾਣ, ਰੱਬ ਤੇ ਗੁਰੂ ਇੱਕ ਹੈ। ਹਜ਼ੂਰ ਕਹਿੰਦੇ ਸਾਨੂੰ ਵਾਹਿਗੁਰੂ ਨੇ ਕਿਹਾ ਕਿ ਤੁਹਾਨੂੰ ਅਸੀਂ ਪੁੱਤਰ ਬਣਾ ਕਰਕੇ ਨਿਵਾਜਦੇ ਹਾਂ। ਪਰ ਚੋਰ ਕਰਬੇ ਕੋ ਸਾਜਾ। ਔਰ ਤੁਹਾਨੂੰ ਅਸੀਂ ਖਾਲਸਾ ਪੰਥ ਪੈਦਾ ਕਰਨ ਵਾਸਤੇ ਪੈਦਾ ਕੀਤਾ ਹੈ। ਪੰਥ ਪਰਚੁਰ ਕਰਬੇ ਕੋ ਸਾਜਾ। ਜੋ ਮਹਾਨ ਖਾਲਸਾ ਪੰਥ ਪੈਦਾ ਕਰਨਾ ਹੈ, ਉਸ ਨੂੰ ਪੈਦਾ ਕਰਨ ਵਾਸਤੇ ਤੁਹਾਨੂੰ ਅਸੀਂ ਦੁਨੀਆ ਤੇ ਭੇਜਣਾ ਹੈ। ਧਰਮ ਚਲਾਏ। ਤਾਂ ਸਾਨੂੰ ਹੁਕਮ ਹੋਇਆ ਸੀ ਕਿ ਜਾਓ ਹੁਣ ਇਸ ਦੁਨੀਆ ਤੇ ਜਾ ਕਰਕੇ ਆਪ ਧਰਮ ਚਲਾਉਣਾ ਕਰੋ। ਬੁੱਧ ਕਰਨ ਤੇ ਲੋਕ ਹਟਾਏ। ਆ ਜਿਹੜੇ ਲੋਕ ਪੱਥਰਾਂ ਦੀ ਪੂਜਾ ਕਰ ਰਹੇ ਨੇ, ਕੋਈ ਨੌ ਵਧਾਈ ਬੈਠਾ, ਕਿਸੇ ਨੇ ਜੜਾਵਾਂ ਬਣਾ ਲਈਆਂ ਨੇ।
ਹਜੂਰ ਕਹਿੰਦੇ ਸਾਨੂੰ ਵਾਹਿਗੁਰੂ ਦਾ ਹੁਕਮ ਹੋਇਆ ਕਿ ਜਾ ਕਰਕੇ ਪੁੱਠੇ ਪਾਸਿਓਂ ਹਟਾਉਣਾ ਕਰੋ। ਕਬ ਬਾਜ ਦੋਹਰਾ ਠਾਠ ਭਇਓ ਮੈਂ ਜੋਰ ਕਰ ਬਚਨ ਕਹਾ ਸਰਣਿਆਏ। ਤੋ ਹਜੂਰ ਕਹਿੰਦੇ ਫਿਰ ਕਬ ਬਾਜ ਤੋਂ ਭਾਵ ਹੈ ਕਿ ਇਹ ਕਵੀ ਦਾ ਕਿਆ ਹੋਇਆ ਬਚਨ ਹੈ, ਕਿਉਂਕਿ ਹਜੂਰ ਆਪ ਬੜੇ ਵੱਡੇ ਕਵੀ ਸਨ। ਤੋ ਹਜੂਰ ਕਹਿੰਦੇ ਅਸੀਂ ਉਸ ਵੇਲੇ ਠਾਠ ਭਇਓ ਮੈਂ ਜੋਰ ਕਰ, ਕਹਿੰਦੇ ਮੈਂ ਦੋਵੇਂ ਹੱਥ ਜੋੜ ਕਰਕੇ ਖੜ ਗਿਆ। ਬਚਨ ਕਹਾ ਸਿਰ ਨਿਆਏ, ਮੈਂ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਨੂੰ ਬੇਨਤੀ ਕੀਤੀ। ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਕੀ ਬੇਨਤੀ ਕੀਤੀ ਹੈ ਵਾਹਿਗੁਰੂ, ਪੰਥ ਚਲੈ ਤਬ ਜਗਤ ਮੈਂ, ਉਦੋਂ ਹੀ ਖਾਲਸਾ ਪੰਥ ਜਗਤ ਵਿੱਚ ਚੱਲੇਗਾ ਜਦੋਂ ਤੁਸੀਂ ਮੇਰੀ ਸਹਾਇਤਾ ਕਰੋਗੇ। ਇਸੇ ਕਾਰਨ ਹੀ ਹਜੂਰ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਇਸ ਪ੍ਰਕਾਰ ਹਜੂਰ ਕਹਿਣ ਲੱਗੇ ਕਿ ਅਸੀਂ ਹੱਥ ਜੋੜ ਕੇ ਕਿਹਾ ਹੈ ਵਾਹਿਗੁਰੂ, ਜੇਕਰ ਆਪ ਮੇਰੇ ਖਾਲਸਾ ਪੰਥ ਦੇ ਸਹਾਈ ਬਣੋਗੇ ਤੋ ਹੇ ਵਾਹਿਗੁਰੂ ਮੈਂ ਦੁਨੀਆ ਵਿੱਚ ਖਾਲਸਾ ਪੰਥ ਪੈਦਾ ਕਰਾਂਗਾ। ਜੋ ਭਈ ਇਹ ਕਾਰਨ ਪ੍ਰਭ ਮੋਹਿ ਪਠਾਇਓ। ਤਾਂ ਹੇ ਖਾਲਸਾ ਜੀ ਇਹ ਕਾਰਨ ਹੈ ਕਿ ਵਾਹਿਗੁਰੂ ਨੇ ਸਾਨੂੰ ਇਸ ਦੁਨੀਆ ਤੇ ਭੇਜਿਆ। ਤਬ ਮੈਂ ਜਗਤ ਜਨਮ ਧਰ ਆਇਓ। ਤਾਂ ਤਦੋਂ ਹੀ ਭਾਈ ਅਸੀਂ ਇਸ ਦੁਨੀਆ ਵਿੱਚ ਅਵਤਾਰ ਧਾਰਨ ਕਰਕੇ ਆਏ, ਦੁਨੀਆ ਤੇ ਜਨਮ ਧਾਰਨ ਕੀਤਾ। ਜਿਮ ਤਿਨ ਕਹੀ ਇਨੈ ਤਿਮ ਕਹਿਓ। ਤਾਂ ਇਹ ਭਾਈ ਜਿਵੇਂ ਸਾਨੂੰ ਪਰਮੇਸ਼ਰ ਨੇ ਕਿਹਾ ਮੈਂ ਤੁਹਾਡੇ ਤਾਈਂ ਤਿਵੇਂ ਕਹਿ ਰਿਹਾ ਹਾਂ। ਔਰ ਕਿਸੂ ਤੇ ਬੈਰ ਨ ਗਹਿਓ। ਹਾਂ ਭਾਈ ਹੋਰ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਨਾ ਹਿੰਦੂ ਨਾਲ ਨਾ ਹੀ ਮੁਸਲਮਾਨ ਨਾਲ ਹੈ। ਜੋ ਹਮਕੋ ਪਰਮੇਸ਼ਰ ਉਚਰਹਿ। ਤੋ ਹਜੂਰ ਕਹਿ ਰਹੇ ਨੇ ਨਿਮਰਤਾ ਵਿੱਚ ਆ ਕਰਕੇ ਕਹਿ ਰਹੇ ਨੇ ਕਿ ਜੋ ਹਮਕੋ ਪਰਮੇਸ਼ਰ ਉਚਰੈ। ਜਿਹੜੇ ਪਖੰਡੀਆਂ ਵਾਂਗ ਜਿਵੇਂ ਪਖੰਡੀ ਲੋਕ ਕਹਾਉਂਦੇ ਨੇ ਮੈਂ ਰੱਬ ਹਾਂ ਮੈਂ ਰੱਬ ਹਾਂ, ਤੋ ਇਸ ਪ੍ਰਕਾਰ ਹਜੂਰ ਕਹਿ ਰਹੇ ਨੇ ਜਿਵੇਂ ਪਖੰਡੀ ਆਪਣੇ ਆਪ ਨੂੰ ਪਰਮੇਸ਼ਰ ਅਖਵਾਉਂਦੇ ਨੇ, ਜਿਵੇਂ ਇਸ ਪ੍ਰਕਾਰ ਲੋਕ ਸਾਨੂੰ ਪਰਮੇਸ਼ਰ ਕਹਿਣਗੇ। ਇਹ ਸਭ ਨਰਕ ਕੁੰਡ ਮਹਿ ਪਰ ਹੈ। ਹਜੂਰ ਕਹਿੰਦੇ ਉਹ ਨਰਕਾਂ ਵਿੱਚ ਪੈਣਗੇ ਜਿਹੜੇ ਪਖੰਡੀਆਂ ਵਾਂਗ ਹੀ ਕਹੀ ਜਾਣਗੇ। ਜਾਂ ਇਹਦਾ ਵਿਦਵਾਨਾਂ ਨੇ ਹੋਰ ਵੀ ਅਰਥ ਕੀਤਾ ਕਿ ਜੋ ਹਮਕੋ ਪਰਮੇਸ਼ਰ ਉਚਰੈ, ਜਿਹੜੇ ਕਹਿਣਗੇ ਕਿ ਅਸੀਂ ਪਰਮੇਸ਼ਰ ਹਾਂ, ਆਪਣੇ ਆਪ ਨੂੰ ਪਰਮੇਸ਼ਰ ਅਖਵਾਉਣਗੇ ਪਖੰਡੀ ਬਣ ਕੇ, ਉਹ ਸਾਰੇ ਹੀ ਨਰਕਾਂ ਵਿੱਚ ਜਾਣਗੇ। ਮੋਕੋ ਦਾਸ ਤਵਨ ਕਾ ਜਾਨੋ। ਭਾਈ ਕੀ ਸਮਝਣਾ ਚਾਹੀਦਾ, ਕਹਿਣਾ ਚਾਹੀਦਾ ਮੋਕੋ ਦਾਸ ਤਵਨ ਕਾ ਜਾਨੋ, ਕਿ ਮੈਨੂੰ ਤਾਂ ਰੱਬ ਦਾ ਦਾਸ ਜਾਣੋ। ਤਾਂ ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਨੇ ਅਸੀਂ ਵੀ ਵਾਹਿਗੁਰੂ ਦੇ ਦਾਸ ਹਾਂ। ਜਾ ਮੈਂ ਭੇਦ ਨ ਰੰਚ ਪਛਾਨੋ। ਇਹ ਭਾਈ ਇਹਦੇ ਵਿੱਚ ਕੋਈ ਰੰਚਕ ਮਾਤਰ ਵੀ ਭੇਦ ਨਹੀਂ ਹੈ, ਰੱਬ ਅਤੇ ਸਾਡਾ ਇੱਕ ਹੀ ਹੈ, ਭਾਵ ਕਿ ਅਸੀਂ ਅਤੇ ਰੱਬ ਇੱਕ ਹੀ ਹਾਂ। ਔਰ ਇਸ ਪ੍ਰਕਾਰ ਇਹੀ ਕਹਿਣਾ ਚਾਹੀਦਾ ਕਿ ਭਾਈ ਸਾਨੂੰ ਵਾਹਿਗੁਰੂ ਦੇ ਦਾਸ ਜਾਣੋ, ਇਹਦੇ ਵਿੱਚ ਕੋਈ ਵੀ ਭੇਦ ਭਾਵ ਨਹੀਂ ਹੈ। ਮੈਂ ਹਾਂ ਪਰਮ ਪੁਰਖ ਕੋ ਦਾਸਾ। ਤੋ ਬਾਜਾਂ ਵਾਲੇ ਸਤਿਗੁਰੂ ਕਹਿ ਰਹੇ ਨੇ ਕਿ ਮੈਂ ਵਾਹਿਗੁਰੂ ਦਾ ਦਾਸ ਹਾਂ। ਦੇਖਣ ਆਇਓ ਜਗਤ ਤਮਾਸ਼ਾ। ਤੋ ਮੈਂ ਤਾਂ ਦੁਨੀਆ ਦੇ ਤਮਾਸ਼ੇ ਨੂੰ ਦੇਖਣ ਵਾਸਤੇ ਆਇਆ।